सबना जियां का एक दाता, सो मैं विसर ना जाई। विसर नाही दातार, अपना नाम देवो। गुण गावा दिन रात, नानक चाओ एगो। गुण गावा दिन रात, नानक चाओ एगो। सतनाम धन वाहिगुरू साहिब जीओ। जह सिमरत गत पाईऐ, तेह पजरे तै मीत। कहो नानक सुन रे मना, औद कटत है नीत। जह सिमरत गत पाईऐ, तेह पजरे तै मीत। कहो नानक सुन रे मना, औध कटत है नीत। मुकद्दस मुबारक गोद विच सुभाईमान सतसंगी जनों, वड भागे सतगुरु जी दी गोद विच बैठ के गुरमुख प्यारियां पासों रब्बी बाणी दा कीर्तन आप जी ने सरवण कीता। सतगुरु किरपा कर रहे सन, शब्द दे राही साडे हिरदे पाक ते पवित्र बना रहे सन। बड़े विरले उस सज्जन मित्र होया करदे आ, जिहड़े अपने हिरदे नूं पवित्र बनाउणा चाहुंदे आ। सतगुरु जी कहंदे आ हैण विरले ना घणे, बड़े विरले ते उन्हां विरलियां ते भी जदों निरंकार तरस करदा है, रहमत बख्शिश करदा है, तां ओह पाक ते पवित्र हो जांदे आ। रब उन्हां नूं अपने वर्गा बना लैंदा है। क्यों? क्योंकि रब जिहड़ा ओह सब तों पवित्र है। बाणी दे अंदर सब कुछ झूठा मन्निया गया है। जे आपां कहिए दुनिया दीयां हरेक चीज़ां बंदा कई चीज़ां कहंदा है सच्चियां, सतगुरु जी कहंदे आ नहीं, माता झूठी पिता भी झूठा, झूठे ही फल लागे, सब कुछ झूठा है। ते जे सब कुछ झूठा है ते सतगुरु जी पवित्र की है? सतगुरु जी कहंदे अल्लाह पाक है। रब ही है संसार ते जिहड़ा पवित्र ते पाक है। सब दे अंदर कोई ना कोई अपवित्रता है, ते गुरु दे कोल असीं ओह अपवित्रता मिटाउण दे लई हुंदे आ। एक ऐड़ा अखर ही मिटाउणा है, बाकी तां पवित्र ही है। बस कोशिश जिंदगी दी यही करिए, संघर्ष जिथे आपां दुनियावी करदे आ, जिथे दुनिया ते रहण दे लई आपां संघर्ष करदे आ, दुनिया ते रहण दे लई सुखां दे लई मेहनतां करदे आ, उत्थे एक मेहनत आपां ये भी करिए कि साडा अंदर साफ हो जाए।
ਸਾਡੀ ਮੈਲ ਪਤਾ ਨਹੀਂ ਕਿੰਨਿਆਂ ਨੂੰ ਮੈਲਾ ਬਣਾਉਂਦੀ ਹੈ, ਭਾਵੇਂ ਉਹ ਬਾਹਰ ਦੀ ਹੋਵੇ ਤੇ ਭਾਵੇਂ ਉਹ ਅੰਦਰ ਦੀ ਹੋਵੇ। ਨਾ ਜਿਵੇਂ ਸਾਨੂੰ ਬਾਹਰ ਦੀ ਮੈਲ ਚੰਗੀ ਨਹੀਂ ਲੱਗਦੀ, ਹਰੇਕ ਚੀਜ਼ ਜਿਵੇਂ ਸਾਨੂੰ ਸਾਫ਼ ਸੁਥਰੀ ਚੰਗੀ ਸੋਹਣੀ ਚਾਹੀਦੀ ਹੈ, ਉਸੇ ਤਰ੍ਹਾਂ ਸਤਿਗੁਰ ਜੀ ਕਹਿੰਦੇ ਆ ਜੇ ਤੂੰ ਮੈਨੂੰ ਪੁੱਛੇ ਨਾ ਤੇ ਮੈਂ ਤੇਰੇ ਅੰਦਰ ਨੂੰ ਪਵਿੱਤਰ ਬਣਨਾ ਵੇਖਣਾ ਚਾਹੁੰਦਾ। ਸੋ ਸਤਿਗੁਰ ਜੀ ਦੀ ਬਾਣੀ ਹੈ ਜਿਹੜੀ ਸਾਨੂੰ ਅੰਦਰੋਂ ਸਾਫ਼ ਬਣਾਉਂਦੀ ਹੈ। ਸੋ ਆਓ ਸਤਿਗੁਰ ਦਾਤਾ ਕਿਰਪਾ ਕਰੇ, ਰਹਿਮਤ ਬਖਸ਼ਿਸ਼ ਕਰੇ, ਸਾਨੂੰ ਇਹ ਜਾਚ ਗੁਰੂ ਕੋਲੋਂ ਸਿੱਖਣੀ ਆਵੇ। ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਭ ਥਾਈਂ ਹੋਏ ਸਹਾਰੇ, ਜਿਨ੍ਹਾਂ ਦੀ ਬਾਣੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ। ਨੌਵੇਂ ਮਹੀਨੇ ਦੇ ਸਤਿਗੁਰ ਜੀ ਦੇ ਸ਼ਲੋਕ, ਉਹਦੇ ਵਿੱਚ ਆਪਾਂ ਕੱਲ 9ਵਾਂ ਸ਼ਲੋਕ ਵਿਚਾਰਿਆ ਸੀ ਤੇ ਅੱਜ 10 ਨੰਬਰ ਸ਼ਲੋਕ ਦੀ ਵਿਚਾਰ ਸਾਂਝੀ ਕਰਨ ਲੱਗਾ। ਆਓ ਵਿਚਾਰ ਨੂੰ ਰੰਭਣ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਓ, ਪਿਆਰ ਸਤਿਕਾਰ ਤੇ ਅਦਬ ਦੇ ਨਾਲ ਇੱਕੇ ਵਾਰੀ ਕਹਿਣ ਤੇ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦਾ ਸ਼ਲੋਕ ਜਿਹਦੇ ਵਿੱਚ ਆਪਾਂ ਉਸ ਦਾਤੇ ਦੀ ਗੱਲ ਕੀਤੀ ਜਿਹੜਾ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ, ਤੇ ਆਪ ਜੀ ਨੇ ਇੱਕ ਬਚਨ ਸੁਣਿਆ ਮੰਗਲਾ ਜਗ ਦੇ ਰੂਪ ਦੇ ਵਿੱਚ, ਉਹਦੇ ਵਰਗਾ ਦਾਤਾ ਕੋਈ ਨਹੀਂ। ਜੇ ਤੂੰ ਲੱਭਣ ਦੀ ਵੀ ਕੋਸ਼ਿਸ਼ ਕਰੇ ਨਾ ਤਾਂ ਦੁਨੀਆ ਤੇ ਤੈਨੂੰ ਕੋਈ ਲੱਭੇਗਾ ਨਹੀਂ। ਬੜੇ ਵੇਖੇ, ਬੜਿਆਂ ਨੂੰ ਢੰਡੋਲਿਆ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਨਜ਼ਰ ਆਈ ਗਈ। ਜੇ ਕਿਸੇ ਵਿੱਚ ਕੋਈ ਕਮੀ ਨਹੀਂ ਸੀ, ਉਹ ਸੀ ਨਿਰੰਕਾਰ, ਕਿ ਰੱਬ ਦੇ ਵਿੱਚ ਕੋਈ ਕਮੀ ਨਹੀਂ ਆਈ, ਪੂਰੇ ਕਾ ਪੂਰਾ ਸਭ ਕੁਝ ਪੂਰਾ ਹੀ ਹੈ। ਤੇ ਉਹ ਰੱਬ ਇੰਨਾ ਪੂਰਾ ਹੈ, ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਜੋ ਕਿਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ, ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ। ਕਿੰਨੀ ਕਮਾਲ ਦੀ ਉਹਦੀ ਕਾਰ ਹੈ, ਰਚਨਾਕਾਰ ਦੀ ਰਚਨਾ। ਇੰਨਾ ਵੱਡਾ ਦਾਤਾ ਹੋਵੇ ਤੇ ਮੈਂ ਉਸ ਦਾਤੇ ਦੇ ਬਾਰੇ ਭਰਮ ਵਿੱਚ ਹੋਵਾਂ, ਹਨਾ ਜੀ। ਇਹ ਵੀ ਗੱਲ ਵਿਚਾਰਨ ਵਾਲੀ ਹੈ ਕਿ ਵੀ ਇੰਨਾ ਵੱਡਾ ਦਾਤਾ ਹੋਵੇ ਜਿਹਨੂੰ ਰੋਜ਼ ਰੋਜ਼ ਨਾਨਕ ਮਹਾਰਾਜ ਕਹਿ ਰਹੇ ਹੋ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ, ਪਰ ਫਿਰ ਵੀ ਮੈਂ ਉਹਦੇ ਬਾਰੇ ਭਰਮ ਵਿੱਚ ਹੋਵਾਂ। ਹਾਲਾਂਕਿ ਬਾਣੀ ਬਾਰ ਬਾਰ ਇਹ ਕਹਿ ਰਹੀ ਹੈ ਦਾਤਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਕਹਿ ਰਹੀ ਹੈ ਸਭ ਸੁਖ ਦਾਤਾ ਰਾਮ ਹੈ, ਫਿਰ ਵੀ ਮੈਂ ਉਹਦੇ ਬਾਰੇ ਭਰਮ ਵਿੱਚ ਹਾਂ। ਮੈਨੂੰ ਉਹਦੇ ਬਾਰੇ ਸਮਝ ਨਹੀਂ ਲੱਗਦੀ, ਹਰੇਕ ਚੀਜ਼ ਬਾਰੇ ਮੈਂ ਸਮਝਣ ਦਾ ਯਤਨ ਕਰਦਾ, ਪਰ ਇੱਕੋ ਚੀਜ਼ ਹੈ ਨਿਰੰਕਾਰ ਬਾਰੇ ਮੈਂ ਸਮਝਣ ਦਾ ਯਤਨ ਨਹੀਂ ਕਰਦਾ। ਇਹ ਤਾਂ ਸਭ ਤੋਂ ਵੱਡੀ ਪ੍ਰੋਬਲਮ ਹੈ ਬੰਦੇ ਦੀ। ਜੇ ਕਿਤੇ ਇਹਨੂੰ ਕੋਈ ਸਮਝਾਉਣ ਵੀ ਲੱਗੇ ਨਾ, ਜੇ ਇਹਨੂੰ ਚਾਰ ਗੱਲਾਂ ਕੋਈ ਰੱਬ ਦੀਆਂ ਸੁਣਾਉਣ ਵੀ ਲੱਗੇ, ਇਹ ਕਹਿੰਦਾ ਨਹੀਂ, ਮੈਨੂੰ ਉਹ ਚੀਜ਼ਾਂ ਸੁਣਾ ਜਿਹਦੇ ਨਾਲ ਮੇਰਾ ਅੰਦਰ ਸੁਖੀ ਹੁੰਦਾ ਹੈ, ਮੇਰਾ ਅੰਦਰ ਆਨੰਦ ਵਿੱਚ ਆ ਜਾਏ, ਤੇ ਇਸ ਭਲੇ ਮਨੁੱਖ ਨੂੰ ਕੋਈ ਸਮਝਾਵੇ। ਰੱਬ ਦੀ ਗੱਲ ਸੁਣ ਕੇ ਤਾਂ ਸੁਖ ਪ੍ਰਾਪਤ ਹੋਣਾ, ਰੱਬ ਦੀ ਗੱਲ ਸੁਣ ਕੇ ਤਾਂ ਅੰਦਰ ਜਿਹੜਾ ਸ਼ਾਂਤ ਹੋਣਾ। ਕਿਸੇ ਨੇ ਰੱਬ ਦੀ ਗੱਲ ਨੂੰ ਸੁਣਨ ਤੋਂ ਬਿਨਾਂ ਸੁਖ ਪ੍ਰਾਪਤ ਨਹੀਂ ਕੀਤਾ, ਕਿਉਂਕਿ ਸਭ ਸੁਖ ਦਾਤਾ ਰਾਮ ਹੈ। ਰੱਬ ਦੀ ਗੱਲ ਨਾ ਸੁਣਨ ਦੇ ਬਦਲੇ ਵਿੱਚ ਹੀ ਤੈਨੂੰ ਦੁੱਖ ਮਿਲਦੇ ਆ, ਕਿਉਂਕਿ ਰੱਬ ਦੀ ਆਪਾਂ ਸੁਣਦੇ ਨਹੀਂ। ਕਿਉਂ? ਰੱਬ ਦੀ ਤਾਂ ਨਹੀਂ ਸੁਣਦੇ ਕਿਉਂਕਿ ਆਪਾਂ ਰੱਬ ਨੂੰ ਸਮਝਣਾ ਨਹੀਂ ਚਾਹੁੰਦੇ। ਦੁਨੀਆ ਦੀ ਹਰੇਕ ਚੀਜ਼ ਸਮਝ ਦੇ ਵਿੱਚ ਹੈ ਸਾਡੀ, ਕੋਈ ਸਮਝ ਤੋਂ ਬਾਹਰ ਨਹੀਂ ਹੈ, ਸਮਝ ਵਿੱਚ ਹੈ। ਇੱਕੋ ਗੱਲ ਬੰਦੇ ਨੂੰ ਬਾਰ-ਬਾਰ ਰੱਬ ਬਾਰੇ ਸਮਝਾਉਣਾ ਪੈ ਰਿਹਾ, ਗੁਰੂ ਬਾਰੇ ਸਮਝਾਉਣਾ ਪੈ ਰਿਹਾ,
रब दी इस बनाई हुई कुदरत दे बारे, इन्हां सुखां दे बारे समझाउणा पै रिहा। क्यों? क्योंकि इसे तो बंदा बाहली दूर है, हरेक चीज नूं अपने नेड़े कर लैंदा पर रब नूं अपने नेड़े नहीं करना चाहुंदा। जिन्हें सब कुछ देना है, जिहदे कोल सब कुछ प्रगट पैदा होना है, ओनूं अपने कोल नहीं रखना चाहुंदा। पता नहीं क्यों बंदे दा इस तरह दा मन है। सो सतगुरु जी कहते आ बंदिया, जिहदे बारे मैं तैनूं समझा रहा ओहदे बारे समझ कि वो रब जिहड़ा है इच्छा पूरक सर्व सुख दाता हर। मैं पिछों तां थोड़ी जी बेनती करदा कि कल को बातां रह गईयां, ध्यान नाल समझिओ, फिर आपां अगला श्लोक जिहड़ा ओहदी विचार करांगे। सतगुरु जी तां सानूं समझा रहा क्योंकि कल भी जिहड़ा वचन आपां साझा कीता सी, सब सुख दाता राम है दूसर नाहि कोई, ਉਹਦੇ ਵਿੱਚ ਵੀ ਬਾਅਦ ਵਿੱਚ ਸਤਿਗੁਰੂ ਜੀ ਨੇ ਇੱਕ ਗੱਲ ਕੀਤੀ ਸੀ ਮੁਕਤ ਹੋਣ ਦੀ, ਤੇ ਅੱਜ ਦੇ ਵਚਨ ਦੇ ਅੰਦਰ ਵੀ ਗੱਲ ਮੁਕਤੀ ਦੀ ਹੈ। ਥੋੜਾ ਜਿਹਾ ਵਿਚਾਰ ਨੂੰ ਕਾਂਚ ਹੋਇਆ। ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬ ਦੀ ਗੱਲ ਮੈਂ ਤੈਨੂੰ ਕਹਿ ਰਿਹਾ ਨਾ, ਉਹ ਰੱਬ ਨੂੰ ਛੋਟਾ ਨਾ ਜਾਣ, ਉਹ ਰੱਬ ਨੂੰ अपने वर्गा ना जान। जदों किसी चीज नूं असीं अपने वर्गा जान लैंदे आ ना, वो फिर साडे अनुसारी हो जाती है, ते जेड़ी चीज साडे अनुसारी हो गई फिर ओहदे ते दावा साडा हुंदा है। रब ते रब साडे वर्गा नहीं है, तां ही ते रब ते साडा कोई दावा नहीं है कि रब मेरा ही है। इहदे वल भी ख्याल करियो, जेड़ी चीज ते आपां दावा करदे आ ना वो साडी है, ते जेड़ी साडी है वो कदी भी साडे तो दूर नहीं हुंदी। बस यही कहानी है कि रब साडे वर्गा नहीं है, तां ही ते साडा दावा नहीं है। सारे संसार दा ही रब है, सारे संसार नूं दे रहा है। जिद्दण असीं दावा करन लग गए कि यह चीज मेरी है, ओहदे तो सिर्फ फिर असीं काम लै सकदे हां, दूजा कोई काम नहीं लै सकदा। फिर इस गल नूं पकड़ विच रखिओ। मैं क्या आ मशीनरी मेरी है या आ मोबाइल मेरा है, दावा हो गया मेरा। हुण उस चीज तो मैं ही काम लै सकदा, जदों वो दूजे दे हाथ विच जाएगी दुख होएगा, मेरा फिक्र होएगा कि मेरी चीज दूजे दे हाथ विच क्यों चली गई, क्योंकि ये तां मेरी है, ये तो मैं काम लै रहा, मैनूं ये दे रही है। बस यही कहानी है। रब ने ना ते अपने वर्गा कोई बनाया, इक्को ही रब जिहड़ा संसार ते चल रहा है। मैं दावा करके नहीं कह सकदा कि ये रब मेरा है। भावें कोई उहनूं अल्लाह कह लै, भावें उहनूं कोई राम कह लै, भावें उहनूं कोई नाम दे दे, दावे करन वाले सारे निर्दावे हो जांदे आ। रब तां फिर भी इक्को रहिंदा है। सतगुरु जी कहंदे समझ इस गल नूं, इच्छा पूरक सर्व सुख दाता हर। हुण उस हर दे अंदर गुण किहड़े आ? बंदा मंगदा सी, कदी काम धेन गऊ दे कोलों मंग लिया, कदी अपनी ही कल्पना दे विचों कल्पिया होया कल्प वृक्ष इहने मन लिया। कल्प वृक्ष दा नाम हुंदा है। सतगुरु जी कहंदे नहीं, किते भटकण दी लोड़ नहीं है, सब सुख दाता राम है। ओहदे बारे बारे मैं समझा रहा। इच्छा पूरक सब सुख दाता हर, जाके बस है काम धेना, ओहदे बस विच ही सारा कुछ है। बड़ियां चीजां ऐसियां ने जिहड़ियां रब ने अपने बस विच कीतियां होईयां ने। ओह मुट्ठी खोलदा है ते बंदे नूं भर दिंदा है। जे मुट्ठी बंद कर लवे तां कुछ भी प्राप्त नहीं हुंदा। दाता दात रखी हथ अपना, नियामतां दाता ते ओहदे हत्थ विच ने। हुण मेरा की हो रहा है कि मैं ओहदे कोल खोलां। बच्चे दे कोलों, बंदे दे कोलों, वड्डे बजुर्ग किसे कोलों खोया जा सकदा है। ते अज यही कहानी है। बंदा एक दूजे कोलों खोड़ा नजर आ रहा है। मैं अभी खोला, मैं अभी खोला, खो लुटा मारा अक्सर दुनिया दे विच पैंदियां पईयां ने। रोज कोई ना कोई लुटिया ही जा रहा है। अमीर भी लुटिया जा रहा है, गरीब भी लुटिया जा रहा है। खोण वाला अमीर रूप दे विच बैठा हुंदा ते चेते रखना गरीब रूप विच बैठा हुंदा। और बेनती करदे आ फकीर रूप विच भी बैठा हुंदा है।
ਧਰਮ ਦੀ ਦੁਨੀਆ ਦੇ ਅੰਦਰ ਵੀ ਬੈਠਾ ਹੁੰਦਾ ਹੈ ਤੇ ਸੰਸਾਰ ਦੀ ਦੁਨੀਆ ਵਿੱਚ ਵੀ ਬੈਠਾ ਹੁੰਦਾ ਹੈ। ਲੁੱਟਣ ਵਾਲਾ ਮਾਰਾ ਕਰਨ ਵਾਲਾ ਇਹ ਨਾ ਕਹੀਏ ਕਿ ਇਕੱਲਾ ਸੰਸਾਰ ਦੇ ਅਸੀਂ ਸਾਰੀ ਆ, ਨਹੀਂ, ਧਰਮ ਦੀ ਦੁਨੀਆ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਮੈਂ ਬੇਨਤੀ ਕਰਾਂ, ਅਸੀਂ ਕੀ ਲੁੱਟੀਏ? ਆਪਾਂ ਕੀ ਲੁੱਟਣਾ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਨਾ ਇੱਕ ਬੜਾ ਪਿਆਰਾ ਬਚਨ, ਸਾਰੇ ਬਚਨ ਦੀ ਬਾਣੀ ਦੇ ਪਿਆਰੇ ਆ ਪਰ ਉਹ ਬੜਾ ਪਿਆਰਾ ਬਚਨ, ਜੇ ਮੈਂ ਭੁੱਲਦਾ ਨਾ ਹੋਵਾਂ ਤੇ ਸ਼ਾਇਦ ਭਗਤ ਕਬੀਰ ਜੀ ਦਾ ਪਾਵਨ ਬਚਨ ਹੈ। ਭਗਤ ਕਬੀਰ ਜੀ ਕਹਿੰਦੇ ਮੈਂ ਵੀ ਤੈਨੂੰ ਲੁੱਟਣ ਦੇ ਲਈ ਕੁਝ ਦੇ ਰਿਹਾ, ਤੂੰ ਕਿਸੇ ਦੀ ਪੱਤ ਨਾ ਲੁੱਟ, ਤੂੰ ਕਿਸੇ ਦਾ ਧਨ ਨਾ ਲੁੱਟ, ਤੂੰ ਕਿਸੇ ਦੀ ਇੱਜ਼ਤ ਨੂੰ ਖੁਆਰ ਨਾ ਕਰ। ਮੈਂ ਤੈਨੂੰ ਦੱਸਦਾ ਤੂੰ ਕੀ ਲੁੱਟਣਾ, ਲੁੱਟਣਾ ਹੈ ਤੂੰ ਲੁੱਟ ਲੈ, ਰਾਮ ਨਾਮ ਹੈ ਲੂਟ। ਆਪਣੇ ਜਿਹਨ ਵਿੱਚ ਝਾਤ ਮਾਰੋ, ਮੈਂ ਵੀ ਮਾਰ ਤੁਸੀਂ ਮਾਰੋ। ਜਿਸ ਦਾਤੇ ਦੀ ਸ਼ਰਨ ਵਿੱਚ ਬੈਠੇ ਆ ਉਹ ਤਾਂ ਆਪਣੇ ਭੰਡਾਰੇ ਨੂੰ ਗਾ ਰਿਹਾ, ਉਹਨੇ ਕਦੀ ਬੰਦ ਨਹੀਂ ਕੀਤੀ। ਕਹਿੰਦਾ ਲੁੱਟੋ ਜਿੰਨਾ ਲੁੱਟ ਸਕਦੇ ਹੋ, ਆਓ ਮੇਰੇ ਕੋਲ, ਆਓ ਮੇਰੀ ਸ਼ਰਨ ਵਿੱਚ ਜਿੰਨੇ ਮਰਜ਼ੀ। ਇਹ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਹੈ, ਜਿੰਨਾ ਲੈਣਾ ਲੈ। ਅੱਛਾ ਕਈ ਵਾਰ ਨਾ ਬੰਦੇ ਨੂੰ ਜਿੰਨੀ ਕੁ ਲੋੜ ਹੁੰਦੀ ਆ ਨਾ, ਕਈ ਵਾਰ ਇਹੋ ਜਿਹੇ ਵੀ ਸਬਰ ਵਾਲੇ ਮੈਂ ਵੇਖਿਆ, ਉਹ ਕਹਿੰਦੇ ਮੈਨੂੰ ਜਿੰਨੀ ਲੋੜ ਸੀ ਮੈਂ ਭਰ ਲਿਆ, ਹੁਣ ਮੈਨੂੰ ਇਸ ਤੋਂ ਲੋੜ ਤੋਂ ਵੱਧ ਨਹੀਂ ਚਾਹੀਦਾ, ਹਨਾ ਜੀ, ਲੋੜ। ਪਰ ਅੱਜ ਸੰਸਾਰ ਤੇ ਕੀ ਹੋ ਰਿਹਾ? ਬੰਦਾ ਕਹਿ ਰਿਹਾ ਕਿ ਮੈਨੂੰ ਭੁੱਖ ਪਾਵੇ ਇੰਨੀ ਕੁ ਹੈ, ਜਰੀ ਕੁ ਜਿੰਨੀ ਹੈ, ਪਰ ਮੈਂ ਭਰਨਾ ਸਭ ਕੁਝ ਚਾਹੁੰਦਾ, ਹਨਾ ਜੀ। ਕਿੱਥੇ ਬੰਦਾ ਰੱਜਦਾ ਜੀ ਭਲਾ? ਸਤਿਗੁਰੂ ਜੀ ਦਾ ਕਹਿ ਰਿਹਾ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਬੰਦੇ ਨੂੰ ਪੁਰੀਆਂ ਦੇ ਭਾਰ ਗੰਢਾ ਬੰਨ ਕੇ ਦੇ ਦਿਓ, ਕਿੱਥੇ ਰੱਜਦਾ? ਕੋਈ ਰੱਜ ਰਿਹਾ? ਤੇ ਮੈਂ ਬੇਨਤੀ ਕਰਦਾ, ਸਤਿਗੁਰੂ ਜੀ ਕਹਿੰਦੇ ਲੂਟਣਾ ਹੈ ਤੂੰ ਲੂਟ ਲੈ, ਰਾਮ ਨਾਮ ਹੈ ਲੂਟ। ਅਗਲੀ ਪੰਕਤੀ ਵੱਲ ਖਿਆਲ ਕਰਿਓ, ਫਿਰ ਪਾਛੇ ਪਛਤਾਓਗੇ, ਪ੍ਰਾਨ ਜਾਵੇਂਗੇ ਛੂਟ। ਜਦੋਂ ਪ੍ਰਾਣ ਹੀ ਛੁੱਟ ਕੇ ਤੇ ਬੰਦੇ ਆ ਫਿਰ ਕਾਹਦੇ ਸੁਖ ਮਾਣੇਗਾ? ਜੇ ਤੂੰ ਕੁਝ ਕਰਨਾ ਤੇ ਰੱਬ ਦੇ ਨਾਮ ਲੈ। ਬੜੇ ਵੇਲੇ ਹੁੰਦੇ ਆ ਜਿਹੜੇ ਚੇਤੇ ਰੱਖਣਾ ਇਸ ਸੁੱਖਾਂ ਦੇ ਦਾਤੇ ਕੋਲੋਂ ਨਾਮ ਦੀਆਂ ਦਾਤਾਂ ਲੁੱਟਦੇ ਆ। ਉਹ ਕਹਿੰਦੇ ਆ ਨਹੀਂ, ਮੈਨੂੰ ਸਿਰਫ ਤੇਰੇ ਨਾਮ ਦੀ ਦਾਤ ਜੇ ਮੈਂ ਦੇ ਦੇਣਾ ਮੈਨੂੰ ਉਹੀ ਬਹੁਤ ਹੈ, ਕਿਉਂਕਿ ਇਹ ਹੀ ਮੇਰੇ ਜੀਵਨ ਦਾ ਆਨੰਦ, ਇਹ ਹੀ ਮੇਰੇ ਜੀਵਨ ਦਾ ਸੁੱਖ ਹੈ। ਤੇ ਸਤਿਗੁਰੂ ਜੀ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾਮ, ਸੋ ਐਸਾ ਵਰ ਧਿਆਈਐ ਮੇਰੇ ਨੇੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਇੱਥੇ ਸ਼ਬਦ ਵਰਤਿਆ ਸੋ ਐਸਾ ਹਰ ਧਿਆਈਐ ਮੇਰੇ ਨੇੜੇ, ਜਿਹੜਾ ਰਤੇ ਮੇਰੀ ਜਿੰਦੇ ਹੈ ਮੇਰੀ ਆਤਮੇ, ਤੂੰ ਉਸ ਰੱਬ ਨੂੰ ਧਿਆ, ਨਿਰੰਕਾਰ ਨੂੰ ਧਿਆ, ਤੈਨੂੰ ਸਾਰੇ ਸੁੱਖ ਮਿਲ ਜਾਣਗੇ। ਤੈਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ, ਤੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ, ਕਿਉਂਕਿ ਸਾਰੇ ਸੁੱਖਾਂ ਦਾ ਦਾਤਾ ਤੇ ਤੇਰੇ ਕੋਲ ਬੈਠਾ। ਤੈਨੂੰ ਬਾਹਰ ਭਾਲਣ ਦੀ ਕੀ ਲੋੜ ਹੈ? ਤੈਨੂੰ ਭਰਮ ਵਿੱਚ ਪੈਣ ਦੀ ਕੀ ਲੋੜ ਹੈ? ਫਿਰ ਮੈਂ ਉੱਥੇ ਆਵਾਂ। ਜਿੰਨਾ ਬੰਦਾ ਭਰਮ ਵਿੱਚ ਰੱਬ ਦੇ ਬਾਰੇ ਪਿਆ ਹੋਇਆ ਉਹਨਾਂ ਭਰਮ ਕਿਤੇ ਵੀ ਨਹੀਂ ਹੈ। ਆਪਾਂ ਇੱਥੇ ਗੱਲ ਸ਼ੁਰੂ ਕੀਤੀ ਸੀ ਭਰਮ, ਰੱਬ ਦੇ ਬਾਰੇ ਸਾਡੇ ਵਿੱਚ ਭਰਮ ਹੈ। ਕੋਈ ਕਿਸੇ ਨੂੰ ਦਾਤਾ ਮੰਨੀ ਬੈਠਾ, ਕੋਈ ਕਿਸੇ ਨੂੰ ਮੰਨੀ ਬੈਠਾ, ਹਾਲਾਂਕਿ ਬਾਣੀ ਵਿੱਚ ਵਾਰ-ਵਾਰ ਕਹਿ ਰਿਹਾ ਸੁਣਨਾ ਜੀ ਆਪਾਂ ਇੱਕ ਦਾਤਾ। ਉਸ ਦਾਤੇ ਦੇ ਬਾਰੇ ਆਪਾਂ ਭਰਮ ਵਿੱਚ ਸਭ ਤੋਂ ਵੱਡਾ ਭੁਲੇਖਾ ਹੀ ਹੈ। ਗੁਰੂ ਨੇ ਸਾਡਾ ਭੁਲੇਖਾ ਇਹ ਹੀ ਦੂਰ ਕੀਤਾ, ਨਾ ਜਾਈ ਕਿਤੇ, ਨਾ ਕਿਸੇ ਦੀ ਬਾਹ ਪਕੜੀ, ਨਾ ਕਿਸੇ ਨੂੰ ਆਪਣੀ ਉਂਗਲ ਫੜਾਈ, ਕਿਉਂਕਿ ਜਿਹੜੇ ਤੇਰੀਆਂ ਉਂਗਲਾਂ ਤੇਰੀਆਂ ਬਾਹਾਂ ਪਕੜਨਗੇ ਤੈਨੂੰ ਉਹ ਲੁੱਟ ਕੇ ਖਾ ਜਾਣਗੇ। ਗੁਰੂ ਨਾਨਕ ਪਾਤਸ਼ਾਹ ਦੀ ਬਾਹ ਫੜ ਲਈ, ਉਹ ਤੈਨੂੰ ਲੁੱਟੇਗਾ ਨਹੀਂ, ਸਗੋਂ ਤੈਨੂੰ ਭਰ ਦੇਗਾ। ਤੇ ਉਹਨੇ ਭਰਿਆ ਵੀ ਆ, ਪਤਾ ਨਹੀਂ ਕਿੰਨੇ ਕੋਨੇ ਚੇਤੇ ਰੱਖਣਾ ਭਰ ਦਿੱਤੇ ਆ। ਆਪਾਂ ਚਾਹੁੰਦੇ ਹਾਂ ਜੇ ਆਪ ਸਾਡਾ ਘਰ ਸਾਡਾ ਹਿਰਦਾ ਭਰਿਆ ਜਾਵੇ ਸੁੱਖਾਂ ਦੇ ਨਾਲ, ਫਿਰ ਗੁਰੂ ਨਾਨਕ ਮਹਾਰਾਜ ਜੀ ਦੀ ਬਾਹ ਪਕੜਨੀ ਪਏਗੀ। ਸੋ ਅਗਲਾ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਜੇ ਸਿਮਰਨ ਗੱਗ ਪਾਈ ਹੈ ਤੇ ਭਜਰੇ ਤੈ ਮੀਤ। ਹੁਣ ਕੱਲ ਦੇ ਸ਼ਲੋਕ ਦੇ ਅੰਦਰ ਇੱਕ ਗੱਲ ਵਿਚਾਰੀ ਸੀ ਆਪਾਂ, ਕਉ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ, ਗਤ ਅਰਥੀ ਮੁਕਤੀ।
ਹੁਣ ਉੱਥੇ ਭਾਵਰਤ ਕੀਤੇ ਨਾਨਕ ਆਖਦਾ ਕਿ ਮਨ ਸੁਣ ਉਸ ਦਾ ਨਾਮ ਸਿਮਰਿਆ ਉੱਚੀ ਆਤਮਿਕ ਅਵਸਥਾ ਬਣਦੀ ਹੈ। ਗੱਤ ਸ਼ਬਦ ਉੱਥੇ ਹੀ ਵਰਤਿਆ ਗਿਆ ਸੀ, ਪਰ ਗੱਤ ਦੇ ਜਿਹੜੇ ਭਾਵ ਅਰਥ ਨੇ ਨਾ ਉਹ ਬਾਣੀ ਦੇ ਵਿੱਚ ਅਲੱਗ-ਅਲੱਗ ਨੇ। ਇਹ ਪੰਕਤੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ, ਉੱਥੇ ਭਾਵ ਅਰਥ ਹੋਰ ਸਨ ਤੇ ਅੱਜ ਦੇ ਜਿਹੜੇ ਗੱਤ ਦੇ ਅਰਥ ਨੇ ਉਹ ਭਾਵ ਅਰਥ ਹੋਰ ਨੇ। ਕੱਲ ਜਿਹੜਾ ਵਚਨ ਆਪਾਂ ਪੜਿਆ ਸੀ ਉਹਦੇ ਵਿੱਚ ਗੱਤ ਦੇ ਅਰਥ ਦੇ ਸਨ ਉੱਚੀ ਆਤਮਿਕ ਅਵਸਥਾ, ਆਤਮਿਕ ਮੰਡਲ, ਆਤਮਿਕ ਗਿਆਨ, ਜਿਹਦੇ ਬਾਰੇ ਸਤਿਗੁਰੂ ਜੀ ਕਹਿੰਦੇ ਆ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਦਾ। ਹੁਣ ਬ੍ਰਹਮ ਗਿਆਨੀ ਦੀ ਗੱਤ, ਬ੍ਰਹਮ ਗਿਆਨੀ ਦੀ ਅਵਸਥਾ ਬ੍ਰਹਮ ਗਿਆਨੀ ਜਾਣਦਾ ਹੈ ਤੇ ਦੂਜਾ ਮੇਰੇ ਵਰਗਾ ਆ ਕੇ ਕਿ ਮੈਂ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਜਾਣਦਾ, ਮੈਂ ਦੱਸ ਸਕਦਾ। ਮੇਰੇ ਕੋਲ ਸ਼ਬਦ ਨਹੀਂ ਹੋਣਗੇ, ਮੇਰੇ ਕੋਲ ਬੋਲ ਨਹੀਂ ਹੋਣਗੇ ਕਿ ਮੈਂ ਕਿਸੇ ਦੀ ਉੱਚੀ ਅਵਸਥਾ ਨੂੰ ਬਿਆਨ ਕਰ ਸਕਦਾ, ਨਹੀਂ ਕਰ ਸਕਾਂਗਾ। ਹੁਣ ਫਿਰ ਖਿਆਲ ਕਰਿਓ, ਸਤਿਗੁਰੂ ਜੀ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਬ੍ਰਹਮ ਗਿਆਨੀ ਦੀ ਗੱਲ ਕਰਨ ਚੱਲਣਾ ਹੈ, ਇੱਕ ਆਤਮਿਕ ਅਵਸਥਾ ਵਿੱਚ ਬੈਠੇ ਰੱਬ ਦੇ ਪਿਆਰੇ ਦੀ ਗੱਲ ਕਰਨ ਚੱਲਣਾ ਹੈ। ਤੇ ਮੈਂ ਫਿਰ ਤੈਨੂੰ ਸਮਝਾ ਦਿਆਂ, ਇਹ ਮੰਨਣ ਵਾਲੇ ਆ ਤੇ ਮੰਨਣ ਵਾਲਿਆਂ ਨੂੰ ਕੋਈ ਬਿਆਨ ਨਹੀਂ ਕਰ ਸਕਿਆ। ਇਹ ਰੱਬ ਨੂੰ ਧਿਆਉਣ ਵਾਲੇ ਆ ਤੇ ਰੱਬ ਨੂੰ ਧਿਆਉਣ ਵਾਲਿਆਂ ਦੇ ਅੰਦਰ ਨਹੀਂ। ਸਤਿਗੁਰੂ ਜੀ ਕਹਿ ਰਿਹਾ ਮੈਂ ਵੀ ਨਹੀਂ ਬਿਆਨ ਕਰ ਸਕਦਾ, ਮੇਰੇ ਕੋਲ ਵੀ ਉਹ ਸ਼ਬਦ ਨਹੀਂ ਕਿ ਮੈਂ ਉਹਨਾਂ ਦੇ ਬਿਆਨਬਾਜ਼ੀ ਕਰਦਾ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਜੇ ਕੋਈ ਕਵੇਗਾ ਵੀ ਸਿਰਫ ਪਛਤਾਵਾ ਮਨ ਵਿੱਚ ਰਹਿ ਜਾਏਗਾ ਕਿ ਆਖੇਗਾ ਮੈਂ ਤੇ ਬਿਆਨ ਨਹੀਂ ਕਰ ਸਕਿਆ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਕਾਗਦ ਵੀ ਨਹੀਂ ਹੈ ਉਹ, ਕਲਮ ਵੀ ਨਹੀਂ ਹੈ ਉਹ ਕਿ ਮੈਂ ਘੜ ਕੇ ਉਸ ਕਾਗਜ਼ ਤੇ ਲਿਖ ਕੇ ਕਹਿਦਾ ਕਿ ਵੀ ਆਹ ਗਤੀ ਜੇ ਆਹ ਅਵਸਥਾ ਜੇ ਉਹਦੀ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਮੰਨਣ ਵਾਲੇ ਦੀ ਜੀ ਬਹਿ ਕੇ ਤੂੰ ਵਿਚਾਰ ਵੀ ਕਰੇ ਨਾ, ਮੰਨੇ ਕਾਬੈ ਕਰਨ ਵਿਚਾਰ। ਸਤਿਗੁਰੂ ਜੀ ਕਹਿੰਦੇ ਵਿਚਾਰ ਵੀ ਨਹੀਂ ਕਰ ਸਕਦਾ। ਕਿੰਨੀ ਕੁ ਵਿਚਾਰ ਕਰ ਲੇਗਾ, ਤੇਰੀ ਸਮਝ ਵਿੱਚ ਹੀ ਨਹੀਂ ਪੈਣਾ। ਸਮੁੰਦਰ ਨੂੰ ਕਿੰਨਾ ਕੁ ਬਿਆਨ ਕਰ ਲੇਗਾ, ਕਿੰਨੀ ਬਿਆਨਬਾਜ਼ੀ ਕਰ ਲੇਗਾ ਉਹਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਬੰਦਿਆ, ਅਸਲ ਦੇ ਵਿੱਚ ਉਹਦੀ ਗੱਤ, ਉਹਦੀ ਅਵਸਥਾ ਨੂੰ ਤੂੰ ਜਾਣ ਨਹੀਂ ਸਕਦਾ। ਇਸ ਕਰਕੇ ਕਹੋ ਨਾਨਕ ਸੁਣ ਰੇ ਮਨਾ ਤੇ ਸਿਮਰਤ ਗੱਤ ਹੋਏ, ਉਸ ਅਵਸਥਾ ਨੂੰ ਸਿਮਰਨ ਵਾਲਾ ਹੀ ਜਾਣਦਾ। ਫਿਰ ਉਦਾਹਰਨ ਦੇ ਦਿਆਂ, ਹੁਣ ਚੇਤੇ ਰੱਖਣਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ। ਕਹਿੰਦੇ ਆ ਬੋਲਣ ਵਾਲਾ ਬੰਦਾ ਸਵਾਦ ਦੱਸ ਸਕਦਾ ਹੈ ਵੀ ਆਹ ਸਵਾਦ ਹੈ, ਪਰ ਸਵਾਦ ਦਾ ਅੰਤ ਨਹੀਂ ਪਾ ਸਕਦਾ। ਉਹ ਸਭ ਦਾ ਕੱਲ ਨੂੰ ਉਹਦੇ ਤੋਂ ਵੀ ਚੰਗੀ ਚੀਜ਼ ਸਵਾਦ ਦੇ ਲਈ ਮਿਲ ਜਾਏ, ਫਿਰ ਉਹਦੀ ਬਿਆਨਬਾਜ਼ੀ ਕਰਨ ਬਹਿ ਜਾਏਗਾ। ਉਹ ਸਭ ਦਾ ਕੱਲ ਨੂੰ ਉਹਦੇ ਤੋਂ ਵੀ ਚੰਗੀ ਚੀਜ਼ ਮਿਲ ਜਾਏ, ਉਹਦੀ ਬਿਆਨਬਾਜ਼ੀ ਕਰੇ। ਉਹ ਦੂਜੀ ਨੂੰ ਨਕਾਰ ਦੇ, ਪਹਿਲੀ ਜਿਹੜੀ ਚੀਜ਼ ਸੀ ਉਹਨੂੰ ਨਕਾਰ ਦੇ, ਦੂਜੀ ਨੂੰ ਪਕੜ ਲੈ, ਦੂਜੀ ਤੋਂ ਤੀਜੀ ਨੂੰ ਪਕੜ ਲੈ, ਉਹਦੀ ਤਾਂ ਪਕੜ ਵੱਧਦੀ ਜਾ ਰਹੀ ਹੈ। ਬੋਲਣ ਵਾਲਾ ਬੰਦਾ ਕਦੀ ਬਿਆਨ ਨਹੀਂ ਕਰ ਪਾਏਗਾ। ਤੇ ਇਸੇ ਕਰਕੇ ਸਤਿਗੁਰੂ ਜੀ ਨੇ ਕਿਹਾ ਮੈਂ ਉਸ ਗੂੰਗੇ ਦੀ ਗੱਲ ਤੇਰੇ ਨਾਲ ਕਰਦਾ ਜਿਹੜਾ ਬੋਲ ਕੇ ਦੱਸ ਹੀ ਨਹੀਂ ਸਕਦਾ, ਮੈਂ ਉਹਨਾਂ ਦੀ ਗੱਲ ਤੇਰੇ ਨਾਲ ਕਰਦਾ। ਸਤਿਗੁਰੂ ਜੀ ਕਹਿੰਦੇ ਜਿਹੜੇ ਮੰਨ ਲੈਂਦੇ ਆ ਨਾ ਉਹ ਤਾਂ ਅਸਲ ਇਸ ਤਰ੍ਹਾਂ ਦੇ ਹੋ ਜਾਂਦੇ ਆ ਜਿਵੇਂ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਬੋਲਣ ਵਾਲੇ ਦੀ ਗੱਲ ਨਹੀਂ ਕੀਤੀ ਸਤਿਗੁਰੂ ਜੀ ਨੇ, ਮੈਂ ਪਹਿਲਾਂ ਬੇਨਤੀ ਕਰਤੀ। ਬੋਲਣ ਵਾਲਾ ਇੱਕ ਛੱਡੇਗਾ ਦੂਜੀ ਚੀਜ਼ ਨੂੰ ਪਕੜ ਲਏਗਾ, ਬਿਆਨ ਕਰਦਾ ਰਹੇਗਾ, ਅੰਤ ਹੋ ਜਾਏਗਾ, ਖਤਮ ਹੀ ਨਹੀਂ ਹੋਏਗੀ ਬਿਆਨਬਾਜ਼ੀ, ਹਨਾ ਜੀ। ਤੇ ਗੂੰਗਾ ਕੀ ਵਿਚਾਰਾ ਬਿਆਨ ਕਰੇਗਾ, ਕਹਿਣਗੇ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਉਹਨੂੰ ਗੂੰਗਾ ਵਿਚਾਰਾ ਕੀ ਆਖੇ, ਮਿੱਠਾ ਸੀ ਕਿ ਖੱਟਾ ਸੀ, ਨਹੀਂ ਦੱਸ ਸਕਦਾ ਕਿ ਬੋਲ ਹੀ ਨਹੀਂ ਸਕਦਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਜਿਨ੍ਹਾਂ ਦੀ ਗੱਤ ਅਵਸਥਾ ਉੱਚੀ ਬਣ ਗਈ ਉਹ ਦੱਸ ਹੀ ਨਹੀਂ ਸਕਦੇ ਕਿ ਕਿੰਨਾ ਹੋ ਗਿਆ। ਉਹਨਾਂ ਨੇ ਇੱਕੋ ਗੱਲ ਕਹਿ ਦਿੱਤੀ, ਨਾਨਕ ਭਗਤਾਂ ਸਦਾ ਵਿਗਾਸ ਖੇੜੇ ਦੇ ਵਿੱਚ ਰਹਿੰਦੇ ਆ। ਇਹ ਉਹਨਾਂ ਦੀ ਗੱਲ, ਉਹਨਾਂ ਦੀ ਅਵਸਥਾ ਕਿ ਵੀ ਕਿੰਨਾ ਕੁ ਦੱਸੀਏ, ਖੇੜਾ ਹੀ ਇੰਨਾ, ਆਨੰਦ ਹੀ ਇੰਨਾ। ਹੋਰ ਮੈਂ ਬੇਨਤੀਆਂ ਕਰਦੇ ਆ ਗੱਤ ਦੇ ਬਾਰੇ। ਉੱਚੀ ਅਵਸਥਾ ਆਤਮਿਕ ਮੰਡਲ ਜਿਹੜਾ ਭਗਤ ਫਰੀਦ ਜੀ
ਉਹਨਾਂ ਦਾ ਇੱਕ ਬੜਾ ਪਿਆਰਾ ਬਚਨ ਹੈ, ਜਦੋਂ ਤੁਸੀਂ ਸ਼ਲੋਕ ਪੜ੍ਹਦੇ ਹੋ ਨਾ ਉਹਦੇ ਵਿੱਚ ਬਚਨ ਹੁੰਦਾ, ਬਚਨ ਸਾਂਝਾ ਕਰਾਂਗਾ। ਪਹਿਲਾਂ ਛੋਟਾ ਜਿਹਾ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਕਹਾਣੀ ਹੈ, ਜਿਹੜਾ ਜੁੜਦੀ ਹੈ ਨਾ ਕਹਾਣੀ ਉਹਨਾਂ ਦੇ ਨਾਲ। ਕਹਿੰਦੇ ਮਾਂ ਨੇ ਰੋਜ਼ ਲਾਲਚ ਦੇਣਾ, ਮੇਰਾ ਪੁੱਤ ਰੱਬ ਨਾਲ ਜੁੜ ਜਾਏ, ਨਿਰੰਕਾਰ ਨਾਲ ਜੁੜ ਜਾਏ। ਰੋਜ਼ ਕਦੀ ਖੰਡ ਦੀ ਪੁੜੀ ਬਣਾ ਕੇ ਮਸਾਲੇ ਥੱਲੇ ਰੱਖ ਦੇਣੀ, ਚੌਂਕੀ ਥੱਲੇ ਰੱਖ ਦੇਣੀ, ਕਦੀ ਸ਼ੱਕਰ ਦੀ ਬਣਾ ਕੇ ਰੱਖ ਦੇਣੀ, ਕਦੀ ਕੁਝ ਰੱਖ ਦੇਣਾ, ਕਦੀ ਕੁਝ ਰੱਖ ਦੇਣਾ, ਤੇ ਰੋਜ਼ ਆਪ ਪੁੱਤ ਨੂੰ ਕਹਿਣਾ, ਪੁੱਤ ਫਰੀਦ ਵੇਖ ਜਿਹਨੂੰ ਤੂੰ ਜਪਦਾ ਹੈ ਨਾ, ਉਹ ਰੋਜ਼ ਤੇਰੇ ਲਈ ਕੋਈ ਨਾ ਕੋਈ ਚੀਜ਼ ਛੱਡ ਹੀ ਜਾਂਦਾ ਹੈ। ਵੇਖ ਕਿੱਡਾ ਵੱਡਾ ਦਾਤਾ, ਤੇਰੀ ਕਿੰਨੀ ਕੇਅਰ ਕਰਦਾ, ਤੇਰੀ ਕਿੰਨੀ ਜਿਹੜਾ ਉਹ ਤੇਰਾ ਧਿਆਨ ਰੱਖਦਾ ਉਹ ਰੱਬ। ਮਾਂ ਨੇ ਰੋਜ਼ ਇਸ ਤਰ੍ਹਾਂ ਰੱਖ ਦੇਣਾ ਤੇ ਉਹਨੇ ਰੋਜ਼ ਭਗਤੀ ਵਿੱਚ ਜੁੜ ਜਾ ਕਰਨਾ, ਚੌਂਕੜਾ ਮਾਰ ਕੇ ਰੱਬ ਨੂੰ ਯਾਦ ਕਰੀ ਜਾਣਾ। ਇੱਕ ਦਿਨ ਮਾਂ ਨੇ ਪੂਰੀ ਰੱਖੀ ਹੈ ਪਰ ਥੱਕੀ ਨਹੀਂ। ਜਦੋਂ ਨਾ ਝੁਕੀ ਨਾ, ਮਾਂ ਨੇ ਪੁੱਛਿਆ, ਪੁੱਤ ਕੀ ਗੱਲ, ਅੱਜ ਰੱਬ ਦੀ ਦਿੱਤੀ ਹੋਈ ਚੀਜ਼ ਤੂੰ ਖਾਧੀ ਕਰਦੇ ਨਹੀਂ, ਖਾਧੀ ਕਿਉਂ ਨਹੀਂ? ਰੱਬ ਤਾਂ ਰੋਜ਼ ਤੇਰੇ ਪਿਆਰ ਵਿੱਚ ਭਿੱਜਾ ਤੈਨੂੰ ਦੇ ਕੇ ਜਾਂਦਾ, ਤੂੰ ਖਾਂਦਾ ਕਿਉਂ ਨਹੀਂ? ਮਾਂ ਨੂੰ ਕਹਿਣ ਲੱਗੇ, ਭਗਤ ਫਰੀਦ ਜੀ ਕਹਿਣ ਲੱਗੇ, ਮਾਂ ਅਸਲ ਦੇ ਵਿੱਚ ਨਾ ਜਿਹੜੀ ਚੀਜ਼ ਅੱਜ ਮੈਨੂੰ ਮਿਲ ਗਈ ਹੈ ਨਾ, ਉਹ ਚੀਜ਼ ਇਹਨਾਂ ਚੀਜ਼ਾਂ ਤੋਂ ਮਿੱਠੀ ਹੈ। ਮੈਂ ਤੈਨੂੰ ਕਿਵੇਂ ਦੱਸਾਂ, ਬਸ ਮੈਂ ਤਾਂ ਇਹਨਾਂ ਨੂੰ ਦੱਸ ਸਕਦਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਦੁੱਧ। ਰੱਬ ਵਰਗਾ ਸੁੱਖ ਕਿਤੇ ਨਹੀਂ ਮਿਲਦਾ, ਕਿਉਂਕਿ ਮੈਨੂੰ ਆਹ ਚੀਜ਼ਾਂ ਜਿਹੜੀਆਂ ਕੱਲ ਲਾਲਚ ਵਿੱਚ ਜਿਹੜੀਆਂ ਮੈਨੂੰ ਰੱਬ ਦੇ ਨਾਲ ਮਿਲਾਉਂਦੀਆਂ ਸਨ, ਅੱਜ ਇਹਨਾਂ ਚੀਜ਼ਾਂ ਦੇ ਵਿੱਚੋਂ ਸੁੱਖ ਨਹੀਂ, ਕਿਉਂਕਿ ਮੈਨੂੰ ਰੱਬ ਮਿਲ ਗਿਆ, ਉਹ ਹੀ ਸਭ ਤੋਂ ਵੱਡਾ ਦਾਤਾ ਹੈ। ਕਿ ਉਹਦੇ ਵਿੱਚੋਂ ਜਿਹਨੂੰ ਆਨੰਦ ਮਿਲ ਗਿਆ, ਜਿਹਨੂੰ ਸੁੱਖ ਮਿਲ ਗਿਆ। ਸਤਿਗੁਰੂ ਜੀ ਕਹਿੰਦੇ ਆ, ਕਹਿੰਦੇ ਨਾ ਸਾਧਾਂ ਨੂੰ ਸਵਾਦਾਂ ਨਾਲ ਕੀ, ਫਿਰ ਸਵਾਦ ਜਿਹੜੇ ਸਭ ਪੱਕੇ ਹੋ ਜਾਂਦੇ ਆ। ਵਿਖੇ ਬਨ ਠੀਕਾ ਤਿਆਗ ਰੀ ਸਖੀਏ, ਤਿਆਗ ਦਿੰਦੇ ਆ। ਫਿਰ ਚੇਤੇ ਰੱਖਣਾ, ਸਿਰਫ ਲੋੜ ਇਹ ਨਹੀਂ ਕਿ ਤਿਆਗ, ਇਹ ਨਹੀਂ ਕਹਿੰਦੇ ਕਿ ਰੱਬ ਮਿਲ ਗਿਆ ਹੁਣ ਰੋਟੀ ਦੀ ਭੋਜਨ ਦੀ ਲੋੜ ਹੀ ਨਹੀਂ ਰਹੀ। ਨਹੀਂ, ਭੁੱਖਾਂ ਸਭ ਦਵਾਈਆਂ ਦਾ ਭਾਵ ਕੀ ਸੀ? ਇਹ ਭਾਵ ਨਹੀਂ ਸੀ ਮੇਰੇ ਵਰਗੇ ਨੇ ਭਾਵ ਲੈ ਲਿਆ ਕਿ ਨਾ ਤੇ ਉਹਨੂੰ ਭੁੱਖ ਲੱਗਦੀ ਹੈ, ਨਾ ਉਹਨੂੰ ਪਾਣਾ ਜੀ ਪਾਣੀ ਪੀਵੇ, ਨਹੀਂ, ਐਸਾ ਨਹੀਂ ਹੈ। ਸਭ ਕੁਝ ਲੋੜ ਮੁਤਾਬਕ ਹੋ ਗਿਆ, ਸਭ ਕੁਝ ਲੋੜ ਮੁਤਾਬਕ। ਹੁਣ ਬਹੁਤੀ ਭੁੱਖ ਨਹੀਂ ਵਿਖਾਉਂਦਾ, ਹੁਣ ਬਹੁਤੀ ਤ੍ਰਿਸ਼ਨਾ ਨਹੀਂ ਵਿਖਾਉਂਦਾ, ਸਿਰਫ ਉਹ ਰੱਜ ਗਿਆ। ਤੇ ਇਹ ਗੱਦ ਦੇ ਅਰਥ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ, ਕਹੋ ਨਾਨਕ ਸੁਨਰੇ ਮਨਾ ਤੇ ਸਿਮਰਤ ਗਤ ਹੋਏ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਅਵਸਥਾ ਉੱਚੀ ਹੋ ਗਈ, ਜਿਨ੍ਹਾਂ ਨੇ ਰੱਬ ਦੇ ਨਾਲ ਪ੍ਰੀਤਾਂ ਪਾ ਲਈਆਂ, ਜਿਨ੍ਹਾਂ ਨੇ ਰੱਬ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ। ਤੇ ਅਗਲੀ ਗੱਲ ਕਰਦੇ ਆ, ਜੇ ਸਿਮਰਤ ਗਤ ਪਾਈ ਹੈ ਤੇ ਭਜਰੇ ਤੇ ਮੀਤ। ਹੁਣ ਇਸ ਪੰਕਤੀ ਨੂੰ ਸਮਝਿਓ, ਇੱਕ ਤਾਂ ਅਰਥ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਗੱਤ ਦੇ ਉੱਚੀ ਆਤਮਿਕ ਅਵਸਥਾ, ਜਿਹਦੀ ਬਿਆਨਬਾਜ਼ੀ ਕੋਈ ਨਹੀਂ। ਜਿੰਨਾ ਮਰਜ਼ੀ ਤੁਸੀਂ ਉਸ ਭੰਡਾਰ ਨੂੰ ਖੋਲ ਲਵੋ, ਖੁੱਲਦਾ ਜਾਏਗਾ। ਜਿੰਨਾ ਮਰਜ਼ੀ ਤੁਸੀਂ ਵਿਚਾਰ ਲਓ, ਸ਼ਬਦ ਦੇ ਭੰਡਾਰ ਬਣਦੇ ਜਾਣਗੇ, ਪਰ ਸਾਡੇ ਕੋਲ ਅਖੀਰ ਹੀ ਹੋਏਗਾ, ਅੰਤ ਨਹੀਂ ਹੋਏਗਾ। ਉਹਨਾਂ ਸ਼ਬਦਾਂ ਦਾ ਅਖੀਰ ਕਰ ਸਕਦੇ ਆਪਾਂ, ਪਰ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਸ਼ਬਦਾਂ ਦਾ ਅੰਤ ਹੋ ਗਿਆ। ਸਾਡੇ ਕੋਲ ਜ਼ਰੂਰ ਉਹਨਾਂ ਦਾ ਸਮਾਪਤ ਹੋ ਗਿਆ, ਸਾਡੇ ਕੋਲ ਸ਼ਬਦ। ਹੁਣ ਗੱਦ ਜਿਹੜਾ ਸ਼ਬਦ ਹੈ, ਹੁਣ ਇੱਥੇ ਜਿਹੜੇ ਅਰਥ ਕੀਤੇ ਆ ਜੀ ਗੱਦ ਦੇ, ਉਹ ਕੀਤੇ ਆ ਜੀ ਮੁਕਤੀ, ਮੁਕਤ ਹੋਣਾ। ਇੱਕ ਅਵਸਥਾ ਉੱਚੀ, ਇੱਕ ਮੁਕਤ ਹੋਣਾ। ਹਜੇ ਤੱਕ ਆਪਾਂ ਮੁਕਤੀ ਦੇ ਜਿਹੜੇ ਭਾਵ ਅਰਥ ਸਮਝਿਆ ਨਾ, ਉਹ ਇਹੀ ਸਮਝਿਆ ਮਰਨ ਤੋਂ ਬਾਅਦ ਬੰਦਾ ਮੁਕਤ ਹੁੰਦਾ ਹੈ। ਉਹਦੇ ਲਈ ਬੰਦਾ ਅਡੰਬਰ ਕੀ ਕਰਦਾ ਹੈ, ਅਡੰਬਰ ਹੀ ਕਰਦਾ ਨਾ ਬੰਦਾ, ਭਰਮ ਦੇ ਵਿੱਚ ਜਾਲ ਦੇ ਵਿੱਚ ਹੀ ਫਸਿਆ ਹੈ। ਰੱਬ ਨੂੰ ਸਮਝਣਾ ਕਿਤੇ ਸੌਖੀ ਖੇਡ ਥੋੜਾ ਸੀ। ਆਪਾਂ ਦੇ ਅਖੰਡ ਪਾਠ ਸਾਹਿਬ ਰਖਵਾ ਲਿਆ, ਸੁਖਮਨੀ ਸਾਹਿਬ ਕਰਵਾ ਲਿਆ, ਚਾਰ ਪਾਠ ਜਪਜੀ ਸਾਹਿਬ ਦੇ ਪੜਾ ਲਏ, ਹਨਾ ਜੀ, ਚੌਪਈ ਸਾਹਿਬ ਦੇ ਕਰਾ ਲਏ ਜੀ, ਗਤੀ ਹੋ ਗਈ। ਅਰਦਾਸਾਂ ਕਰਾ ਲੀਆਂ, ਗਤੀਆਂ ਹੋ ਗਈਆਂ, ਮੁਕਤੀਆਂ ਹੋ ਗਈਆਂ, ਇਹ ਮੰਨੀ ਬੈਠੇ ਆਪਾਂ। ਪਰ ਨਹੀਂ, ਅਸਲ ਮੁਕਤੀ ਦੇ ਜਿਹੜੇ ਅਰਥ ਸਨ, ਭਾਵ ਸਾਨੂੰ ਉਹ ਸਮਝ ਹੀ ਨਹੀਂ ਪਾਏ ਆਪਾਂ, ਉਹ ਸਮਝ ਹੀ ਨਹੀਂ ਪਾਏ। ਮੈਂ ਇਸ ਹੱਕ ਵਿੱਚ ਨਹੀਂ ਆ ਕਿ ਅਖੰਡ ਪਾਠ ਸਾਹਿਬ ਨਹੀਂ ਕਰਾਉਣੇ ਚਾਹੀਦੇ ਆ, ਪਾਠ ਨਹੀਂ ਕਰਨੇ ਚਾਹੀਦੇ ਆ।
ਹਰੇਕ ਬੰਦਾ ਕਰਦਾ ਪਰ ਆਪਾਂ ਉਸ ਭਰਮ ਜਾਲ ਵਿੱਚ ਨਾ ਫਸੇ ਰਹਿ ਜਾਈਏ ਕਿਤੇ ਸਾਨੂੰ ਇਹ ਨਾ ਭੁਲੇਖਾ ਰਹਿ ਜਾਏ ਕਿ ਵੀ ਇਹ ਕੀ ਅਸਲ ਗਤੀ ਹੈ, ਇਹ ਕਰਾ ਕੇ ਮਿਲਦਾ ਨਹੀਂ। ਸਤਿਗੁਰੂ ਜੀ ਕਹਿੰਦੇ ਅਸਲ ਮੁਕਤੀ ਕੀ ਹੈ? ਮਰਨ ਤੋਂ ਬਾਅਦ ਬਾਣੀ ਨੇ ਕਿਤੇ ਮੁਕਤੀ ਦੀ ਗੱਲ ਨਹੀਂ ਕੀਤੀ। ਮਰਨ ਤੋਂ ਬਾਅਦ ਕਿਤੇ ਵੀ ਇੱਕ ਵੀ ਤੁਸੀਂ ਇਹ ਗੱਲ ਵਿਖਾ ਦਿਓ ਕਿ ਸਤਿਗੁਰੂ ਜੀ ਬੈਠੇ ਹੋਣ, ਇਹ ਗੱਲ ਕਹਿੰਦੇ ਹੋਣ ਕਿ ਵੀ ਮਰਨ ਤੋਂ ਬਾਅਦ ਬੰਦੇ ਨੂੰ ਮੁਕਤੀ ਮਿਲਦੀ ਹੈ। ਮਰਨ ਤੋਂ ਬਾਅਦ ਸਤਿਗੁਰੂ ਜੀ ਕੋਈ ਗੱਲ ਕਹਿੰਦੇ ਆ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਹੁਣ ਸਾਨੂੰ ਕੀ ਪਤਾ ਕਿੱਥੇ ਚਲਾ ਗਿਆ? ਬੰਦਾ ਕਹਿੰਦਾ ਕਿ ਵੀ ਆ ਹੋ ਗਿਆ, ਉਹ ਹੋ ਗਿਆ। ਸਤਿਗੁਰੂ ਕਹਿੰਦੇ ਪਤਾ ਹੀ ਨਹੀਂ ਕਿੱਥੇ ਚਲਾ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੁਕਤੀ ਕੀ ਹੈ? ਫਿਰ ਕਾਹਦੇ ਤੋਂ ਖਲਾਸੀ ਹੋਣੀ ਚਾਹੀਦੀ ਹੈ? ਜਿਉਂਦੇ ਜੀ ਜਿਹੜੇ ਸਾਨੂੰ ਬੰਧਨ ਪਏ ਆ ਨਾ, ਵਿਕਾਰਾਂ ਦੇ ਬੰਧਨ, ਤ੍ਰਿਸ਼ਨਾ ਦੇ ਬੰਧਨ, ਪਦਾਰਥਾਂ ਦੇ ਬੰਧਨ, ਮਾਇਆ ਦੇ ਬੰਧਨ, ਸਤਿਗੁਰੂ ਜੀ ਕਹਿੰਦੇ ਆ ਇਹਨਾਂ ਤੋਂ ਖਲਾਸੀ ਹੋਵੇ। ਹੁਣ ਇਹਨਾਂ ਤੋਂ ਖਲਾਸੀ ਕਿਵੇਂ ਮਿਲੇ? ਵਿਕਾਰਾਂ ਦੀ ਦੁਨੀਆ ਦੇ ਅੰਦਰ, ਇਸ ਪਦਾਰਥਾਂ ਦੀ ਦੁਨੀਆ ਦੇ ਅੰਦਰ ਤੇ ਬੰਦਾ ਘਿਰਿਆ ਇੰਨਾ ਕਿ ਜਿਵੇਂ ਤੁਰਦਾ ਡਿੱਗ ਜਾਂਦਾ, ਫਿਸਲ ਜਾਂਦਾ, ਪੈਰਾਂ ਨੂੰ ਦੇਖਾਂ ਤਾਂ ਡੁੱਬ ਜਾਂਦਾ ਬੰਦਾ। ਹੁਣ ਸਤਿਗੁਰੂ ਜੀ ਉਹ ਸੰਸਾਰ ਦੇ ਇਹਨਾਂ ਬੰਧਨਾਂ ਤੋਂ ਮੁਕਤੀ ਕਿਵੇਂ ਮਿਲੇ? ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਬਚਨ ਜਪਜੀ ਸਾਹਿਬ ਬਾਣੀ ਦੇ ਵਿੱਚੋਂ ਸਤਿਗੁਰੂ ਜੀ ਕਹਿੰਦੇ ਕਿਤੇ ਨਾ ਜਾ। ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਕੋਈ ਤੇਰੀਆਂ ਇਹ ਖਲਾਸੀਆਂ ਕੱਟ ਨਹੀਂ ਸਕਦਾ। ਇਹ ਜਿੰਨੀਆਂ ਪਈਆਂ ਨੇ ਬੰਧਨਾਂ ਦੀਆਂ ਖਲਾਸੀਆਂ, ਜੇ ਇਹਨਾਂ ਤੋਂ ਕੋਈ ਮੁਕਤ ਕਰ ਸਕਦਾ ਹੈ ਤੇ ਗੁਰੂ ਕਰ ਸਕਦਾ ਹੈ, ਨਿਰੰਕਾਰ ਕਰ ਸਕਦਾ, ਦੂਜਾ ਕੋਈ ਨਹੀਂ। ਬੰਦ ਖਲਾਸੀ ਭਾਣਾ ਹੋਏ। ਪੜਦੇ ਆ ਨਾ ਰੋਜ਼ ਵਚਨ ਆਪਾਂ ਪੜਦੇ ਆ, ਗੁਰੂ ਦੇ ਭਾਣੇ ਵਿੱਚ ਆ ਜਾ, ਗੁਰੂ ਦੇ ਹੁਕਮ ਵਿੱਚ ਆ ਜਾ। ਸਤਿਗੁਰੂ ਜੀ ਕਹਿੰਦੇ ਆ ਤੇਰੀਆਂ ਸਾਰੀਆਂ ਖਲਾਸੀਆਂ ਦੂਰ ਹੋ ਜਾਣਗੀਆਂ। ਇੱਕ ਬਚਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਫੂਟੋ ਭਾਂਡਾ ਭਰਮ ਕਾ ਮਨੈ ਭਇਆ ਪਰਗਾਸਾ, ਕਾਟੀ ਬੇੜੀ ਪਗੈ ਤੇ ਗੁਰ ਕੀਨੀ ਬੰਦ ਖਲਾਸ। ਇੱਥੇ ਵੀ ਸਤਿਗੁਰੂ ਜੀ ਉਹੀ ਅਰਥ ਦੇ ਰਹੇ। ਸਤਿਗੁਰੂ ਜੀ ਕਹਿੰਦੇ ਫੂਟੋ ਭਾਂਡਾ ਭਰਮ ਕਾ, ਜਦੋਂ ਤੇਰੇ ਅੰਦਰੋਂ ਭਾਂਡਾ ਭਰਮ ਦਾ ਫੁੱਟ ਗਿਆ, ਟੁੱਟ ਗਿਆ, ਮਨੈ ਭਇਆ ਪ੍ਰਗਾਸ, ਤੇਰੇ ਮਨ ਵਿੱਚ ਪ੍ਰਗਾਸ ਹੋ ਜਾਏਗਾ, ਸਮਝ ਆ ਜਾਏਗੀ। ਤੇ ਸਤਿਗੁਰੂ ਜੀ ਕਹਿੰਦੇ ਉਦੋਂ ਫਿਰ ਗੁਰੂ ਕਿਰਪਾ ਕਰੇਗਾ, ਕਾਟੀ ਬੇੜੀ ਪਗੈ ਤੇ ਗੁਰ ਕੀਨੀ ਬੰਦ ਖਲਾਸ। ਗੁਰੂ ਤੇਰੇ ਅੰਦਰ ਦੀਆਂ ਬੇੜੀਆਂ, ਗੁਰੂ ਤੇਰੇ ਗਲ ਚ ਪਈਆਂ ਜੰਜੀਰਾਂ ਤੋਂ ਤੈਨੂੰ ਮੁਕਤ ਕਰ ਦੇਗਾ। ਹੋਰ ਵੀ ਬੜੇ ਤਰੀਕੇ ਸਤਿਗੁਰੂ ਜੀ ਦੀ ਬਾਣੀ ਵਿੱਚ ਦੱਸੇ ਗਏ ਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਕੋਲ ਤੂੰ ਮੁਕਤੀਆਂ ਲੈਣ ਜਾਣਾ ਹੈ ਉਹਨਾਂ ਨੂੰ ਚੱਲ ਮੈਂ ਸਵਾਲ ਕਰਦਾ, ਤੈਨੂੰ ਵੀ ਮੈਂ ਸਵਾਲ ਕਰਦਾ ਤੇ ਉਹਨਾਂ ਨੂੰ ਵੀ ਸਵਾਲ ਕਰਦਾ। ਜਿਨ੍ਹਾਂ ਕੋਲ ਮੈਂ ਤੋਹੀਨ ਨਹੀਂ ਕਰਾਂਗਾ ਕਿਸੇ ਦੀ ਭਗਤ ਬਾਣੀ ਦੇ ਅੰਦਰ ਵਚਨ ਨੇ, ਤਾਂ ਹੀ ਮੈਨੂੰ ਮਾਫ ਕਰਨਾ। ਅੱਜ ਬਹੁਤੇ ਜਿਹੜੇ ਸਾਡੇ ਪ੍ਰਚਾਰ ਕਰਨਾ ਉਹ ਸਿਰਫ ਤੁਹਾਨੂੰ ਉਹੀ ਗੱਲਾਂ ਸੁਣਾਉਂਦੇ ਆ ਜਿਨ੍ਹਾਂ ਤੋਂ ਤੁਹਾਡੀ ਖੁਸ਼ਾਮਦ ਲੈ ਸਕਣ। ਮੈਂ ਤੁਹਾਡੀਆਂ ਖੁਸ਼ੀਆਂ ਲੈਣ ਦੇ ਲਈ ਨਹੀਂ ਬੈਠਾ, ਮਾਫ ਕਰਨਾ, ਨਾ ਹੀ ਮੈਂ ਖੁਸ਼ਾਮਦ ਤੁਹਾਡੀ ਚਾਹੁੰਦਾ। ਮੈਂ ਸਿਰਫ ਗੁਰੂ ਨੂੰ ਖੁਸ਼ ਕਰਨਾ ਚਾਹੁੰਦਾ। ਮੇਰੀ ਕੋਈ ਜਿਹੜੀ ਹੈ ਨਾ ਮੰਜ਼ਿਲ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਖੁਸ਼ ਕਰਨਾ। ਤੇ ਮੈਂ ਕਹਿਣ ਵਿੱਚ ਕਦੀ ਚਾਟ ਨਹੀਂ ਕੀਤੀ, ਭਗਤ ਬਾਣੀ ਚੇਤੇ ਰੱਖਣਾ। ਜਿੰਨੀਆਂ ਭਰਮ ਦੀਆਂ ਜੜਾਂ ਇਹਨਾਂ ਨੇ ਵੱਢੀਆਂ ਨਾ, ਕਿਸੇ ਨੇ ਵੱਢੀਆਂ। ਹੁਣ ਜੇ ਤੇ ਰੱਖਣਾ ਬਚਨ ਧਿਆਨ ਵਿੱਚ ਰੱਖਿਓ, ਮੁਕਤੀ ਲੈਣ ਦੇ ਲਈ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਤੂੰ ਤੁਰਿਆ ਫਿਰਦਾ ਹੈ, ਮੈਂ ਤੈਨੂੰ ਵੀ ਸਵਾਲ ਕਰਦਾ ਤੇ ਇਹਨਾਂ ਨੂੰ ਵੀ ਸਵਾਲ ਕਰਦਾ, ਤੋਹੀਨ ਨਹੀਂ ਕਰਦਾ, ਸਿਰਫ ਸਮਝਾਉਣਾ। ਸਮਝੀ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਇੱਕ ਬਚਨ ਹੈ ਜੀ, ਤੂੰ ਕਹਿਣਾ ਕਿ ਆ ਮਾਈ ਜਿਹੜੀ ਹੈ ਮੁਕਤੀ ਮੈਨੂੰ ਦੇਵੇਗੀ। ਮੈਂ ਤੈਨੂੰ ਪੁੱਛਦਾ ਅੰਤ ਕੀ ਬਰੀਆ ਕਹਾਂ ਛੁਪਾਨੀ, ਜਿਹਦੇ ਕੋਲ ਤੂੰ ਮੁਕਤੀ ਲੈਣ ਦੇ ਲਈ ਗਿਆ ਹੈ, ਕਹੇਗਾ ਕਿ ਅਸਲ ਦੇ ਵਿੱਚ ਆ ਮੈਨੂੰ ਮੁਕਤੀ ਦੇ ਦੇਗੀ। ਉਸ ਮਾਈ ਉਸ ਮਾਤਾ ਨੂੰ ਜਾ ਕੇ ਪੁੱਛ ਕਿ ਜਦੋਂ ਮੁਕਤੀ ਦਾ ਸਮਾਂ ਸੀ ਤੂੰ ਕਿੱਥੇ ਭੱਜ ਗਈ ਸੈਂ, ਤੂੰ ਪਿੱਛੇ ਦੌੜ ਗਈ ਸੈਂ। ਮੈਂ ਮੁਕਤੀ ਮੰਗਦਾ ਰਿਹਾ, ਤੇਰੇ ਕੋਲੋਂ ਆਪਣੀਆਂ ਖਲਾਸੀਆਂ ਜੰਜੀਰਾਂ ਤੋੜਨ ਦੀਆਂ ਗੱਲਾਂ ਕਰਦਾ ਰਿਹਾ, ਪਰ ਸਤਿਗੁਰੂ ਜੀ ਕਹਿੰਦੇ ਬੰਦਿਆਂ ਮਿਲਿਆ ਤੇ ਕੋਈ ਜਿਹੋ ਜਿਹਾ ਤੂੰ ਸੇਵਿਆ,
जैसा सेवा तैसो होए, जे हो जा सेवगा हो जाएगा। ते इत्थे सतगुरु जी कहंदे बंदे बिना सिमरन तो बिना भगती तो जे सिमरत गत पाई है ते भज रे तै मीत, जिदे सिमरन दे नाल तेनू मुक्ति मिल जाए ओनू भजी, ओनू जपी, दूजे किसे नू ना भजी जिदे कोल तेनू खलासी नहीं मिलनी। अगे कहंदे आ कहू नानक सिमरे मना औद घटत है नीत, बंदिया उम्र घटती जा रही है, उम्र जिहड़ी है बीतदी जा रही है। एक छोटी जी मैं तुहाडे नाल साखी दा सहारा लैके इस बचन दी समाप्ति कर दांगा। एक फकीर ध्यान नाल सुनियो, औद घटत है नीत, तेनू नानक आखदा तेरी उम्र घट रही है, तू की खटिया, तू की कमाया। बंदे ने गवाया खटिया कख भी नहीं है, बर्बाद सब कुछ कर लिया, पर सतगुरु जी कहते लाभ कुछ भी नहीं प्राप्त होया। कहते एक फकीर पिंड दे बाहर बैठा, एक नौजवान उन्होंने आके पुछदा बाबा मैं शहर चलिया, तेरे लिए कुछ लैके आवां खाण दे लई पहनण दे लई, जे तू कहे मैं लैवांगा। हस के फकीर बोलिया कह लगा की लियावेगा तू मेरे लिए, चल मैं तीन चीजां तेरे कोलों मंगाउणा तू लिख लै। ਉਹ ਕਹਿੰਦਾ ਲਿਖਣਾ ਕੀ ਹੈ, ਤਿੰਨ ਚੀਜ਼ਾਂ ਹੀ ਆ ਮੈਨੂੰ ਯਾਦ ਰਹਿ ਜਾਣੀਆਂ, ਤੂੰ ਬੋਲ ਕੇ ਮੈਨੂੰ ਦੱਸ ਦੇ। ਕਹਿੰਦਾ ਨਹੀਂ ਤੈਨੂੰ ਭੁੱਲ ਜਾਣੀਆਂ, ਤੂੰ ਲਿਖ ਲੈ। ਕਹਿੰਦਾ ਚੱਲ ਠੀਕ ਹੈ, ਉਹਨੇ ਤਿੰਨੇ ਚੀਜ਼ਾਂ ਲਿਖੀਆਂ। ਪਹਿਲੀ ਚੀਜ਼ ਕਹਿੰਦੇ ਮੇਰੇ ਲਈ ਖਰੀਦ ਕੇ ਲਿਆਈ ਘਾਟਾ ਹੀ ਘਾਟਾ, पहली चीज खरीद के लियाई घाटा ही घाटा, दूजी खरीद के लियाई वाधा ही वाधा, ते तीजी खरीद के लियाई ना घाटा ना वाधा। वाधा घाटा ये चीज़ां तू मेरे लिए खरीद के लियाउणियां। वो हैरान हो गया कि ये किहो जिहियां चीज़ां ना किसी दुकान तो मिलनियां, ना किसी है ना जी कोई दुकान भी नहीं जित्थों मिल जाणगियां। वो कहंदा चलो कोई गल नहीं, बेचारा टाल सकदा नहीं सी, तुर पिया जिथे जावे लोग कहणे ते मूर्ख है। ये किहड़ियां चीज़ां जिहड़ियां ना खाण दियां ना पहनण दियां ने। साडे कोल बनया हारिया गया इको गल सोचदा आ रहा कि फकीर ने मेरे नाल अज मजाक करदा, इहदे मजाक विच लोकां ने मैनूं पागल कह दित्ता। वापस आ रहा रस्ते दे विच, क्योंकि साधु दी गल साधु जानदा है, गल चेत रखना साधु दी गल साधु जानदा है, ते एदा हल भी साधु ही दसेगा, दूजा कोई नहीं दसेगा। कहते रात विच एक होर फकीर मिल गया, वो कहन लगा बड़ा परेशान जा तुरिया होना, की गल होई है? कहन लगा गल की होनी आ तीन चीज़ां मैनूं खरीदण दे लई कहा सी एक फकीर ने। वो कहन लगा किहड़ियां? कहंदे जाके एक ते वाधा ही वाधा खरीद लिया, घाटा ही घाटा खरीद लिया, वाधा घाटा ये तीजी चीज खरीद लिया। वो कहंदा कि भी असल दे विच ना तो फकीर नूं दुनियावी राह वाले पासे ले गया। ये दुनियावी चीज़ां ही नहीं, ये तां तू किते मर्जी सारे संसार च मेरे ते किते ना लभणगियां। कहंदे फिर मैं की करां, मैं किथे जावां? वो कहंदा मैं तैनूं दसदा तूं किथे जाना। हुण ओ फकीर की जवाब ओनूं दिंदा है कि घाटा सी की वाधा सी, की वाधा घाटा सी। कल दे दीवान दे विच मैं तुहाडे नाल सांझी करांगा, अज नहीं। सो इन्नी को बेनती प्रवान करियो जी भुल्लां दी खिमा। वाहिगुरू जी का खालसा, वाहिगुरू जी की फतेह। रामकली महला तीजा, आनंद एक ओंकार सतगुर प्रसाद। आनंद